ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਵਨ ਸਾਖੀਆਂ ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ। ਪੁਸਤਕ ਪੂਰਨ ਸੋਈ ਸੰਤ ਲੜੀਵਾਰ। ਉਪਦੇਸ਼ ਯਾਤਰਾ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਇਸੇ ਪ੍ਰਚਾਰ ਤੇ ਗੁਰੂ ਪਿਆਰੀ ਸੰਗਤ ਦੇ ਦਰਸ਼ਨ हेतु ਬਾਬਾ ਜੀ ਭਾਈ ਅਵਤਾਰ ਸਿੰਘ ਮਾਹਲ ਹੋਰਾਂ ਦੇ ਸੱਦੇ ਤੇ ਸੰਨ 1977 ਵਿੱਚ ਕੈਨੇਡਾ ਵੀ ਆਏ। ਇੱਥੇ ਬਾਬਾ ਜੀ ਮਿਸੀਸਾਗਾ ਟੋਰਾਂਟੋ ਵਿਖੇ ਭਾਈ ਅਵਤਾਰ ਸਿੰਘ ਮਾਹਲ ਤੇ ਦਲਬੀਰ ਸਿੰਘ ਹੋਰਾਂ ਦੇ ਕੋਲ ਠਹਿਰੇ। ਸੰਗਤ ਦੇ ਸੱਦੇ ਤੇ ਬਾਬਾ ਜੀ ਤਕਰੀਬਨ ਹਰ ਸਾਲ ਜਾਂ ਕਈ ਵਾਰ ਇੱਕ ਸਾਲ ਛੱਡ ਕੇ ਇੱਥੇ ਆਉਣ ਲੱਗ ਪਏ। ਇੱਥੇ ਵੀ ਬੜੀ ਪਿਆਰ ਵਾਲੀ ਸੰਗਤ ਸੀ। ਇੱਥੋਂ ਹੀ ਫਿਰ ਬਾਬਾ ਜੀ ਜਥੇਦਾਰ ਨਿਰਮਲ ਸਿੰਘ ਹੋਰਾਂ ਦੇ ਕੋਲ ਐਡਮਿੰਟਨ, ਭਾਈ ਪ੍ਰਗਟ ਸਿੰਘ, ਮਾਸਟਰ ਜਸਮੇਲ ਸਿੰਘ ਤੇ ਹਰਦਿਆਲ ਸਿੰਘ ਬੈਂਸ ਬਰੰਪਟਨ, ਭਾਈ ਦਰਸ਼ਨ ਸਿੰਘ ਵੈਨਕੂਵਰ, ਭਾਈ ਨਿਸ਼ਾਨ ਸਿੰਘ ਤੇ ਸ਼ਿਵਚਰਨ ਸਿੰਘ ਵਿਨੀਪੈਗ ਆਦਿਕ ਵੀ ਜਾਣ ਲੱਗ ਪਏ। ਕੈਨੇਡਾ ਤੋਂ ਹੀ ਬਾਬਾ ਜੀ ਭਾਈ ਗੁਰਦੇਵ ਸਿੰਘ ਤੇ ਭਾਈ ਰਣਜੀਤ ਸਿੰਘ ਰੈਨਮ, ਭੈਣ ਜੀ ਪ੍ਰੀਤਮ ਕੌਰ ਸਾਊਥਹਾਲ, ਭਾਈ ਸਵਰਨ ਸਿੰਘ ਗਿੱਲ ਗ੍ਰੇਵਜ਼ਲੈਂਡ, ਭਾਈ ਹਰਬੰਸ ਸਿੰਘ ਰੈਡਿੰਗ, ਸੁਰਿੰਦਰ ਸਿੰਘ ਸ਼ਿੰਦਾ ਵੁਲਵਰਹੈਂਪਟਨ ਆਦਿਕ ਦੇ ਕੋਲ ਇੰਗਲੈਂਡ ਵੀ ਜਾਣ ਲੱਗ ਪਏ। ਅਮਰੀਕਾ ਦੀ ਸੰਗਤ ਦੇ ਸੱਦੇ ਤੇ ਅਮਰੀਕਾ ਵੀ ਕਈ ਵਾਰ ਗਏ ਤੇ 2-3 ਵਾਰ ਜਰਮਨੀ ਵੀ ਗਏ। ਇਹਨਾਂ ਦੇਸ਼ਾਂ ਵਿੱਚ ਵੀ ਬਾਬਾ ਜੀ ਨੇ ਬਹੁਤ ਸੰਗਤ ਨੂੰ ਗੁਰੂ ਜਸ ਨਾਲ ਜੋੜਿਆ। ਤਕਰੀਬਨ ਸਾਲ 1978 ਵਿੱਚ ਇਸੇ ਯਾਤਰਾ ਤੇ ਲੰਡਨ ਏਅਰਪੋਰਟ ਤੇ ਬਾਬਾ ਜੀ ਦਾ ਮਿਲਾਪ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਨਾਲ ਹੋਇਆ। ਗਿਆਨੀ ਸੰਤ ਸਿੰਘ ਜੀ ਮਸਕੀਨ ਸਿੱਖ ਪੰਥ ਦੇ ਮਹਾਨ ਕਥਾਵਾਚਕ ਪ੍ਰਚਾਰਕ ਹੋਏ ਹਨ। ਮਸਕੀਨ ਜੀ ਦਾ ਬਾਬਾ ਜੀ ਕੁੱਲੀ ਵਾਲਿਆਂ ਦੇ ਨਾਲ ਬਹੁਤ ਪ੍ਰੇਮ ਸੀ। ਬਹੁਤ ਲੰਮੇਰਾ ਸਮਾਂ ਮਸਕੀਨ ਜੀ ਨੇ ਬਾਬਾ ਜੀ ਦੇ ਨਾਲ ਬਿਤਾਇਆ। ਮਸਕੀਨ ਜੀ ਗੁਰਬਾਣੀ ਨੂੰ ਬਹੁਤ ਡੂੰਘਾਈ ਤੋਂ ਵਿਚਾਰਦੇ ਸਨ ਤੇ ਬਾਬਾ ਜੀ ਗੁਰਬਾਣੀ ਸੁਣਨ ਦੇ ਬਹੁਤ ਪ੍ਰੇਮੀ ਸਨ। ਇਸ ਲਈ ਮਸਕੀਨ ਜੀ ਦੇ ਨਾਲ ਬਾਬਾ ਜੀ ਦਾ ਬਹੁਤ ਪ੍ਰੇਮ ਬਣ ਗਿਆ ਸੀ। ਮਸਕੀਨ ਜੀ ਦੇ ਨਾਲ ਬਾਬਾ ਜੀ ਦਾ ਮਿਲਾਪ ਦਰਗਾਹੀ ਹੀ ਸੀ। ਬਾਬਾ ਜੀ ਕੁੱਲੀ ਵਾਲਿਆਂ ਨੇ ਇੱਕ ਵਾਰ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਨੂੰ ਪੁੱਛਿਆ ਕਿ ਬਾਬਾ ਜੀ, ਕੀ ਕੋਈ ਐਸਾ ਗੁਰਬਾਣੀ ਦਾ ਰਸੀਆ ਨਹੀਂ ਹੈ ਜੋ ਗੁਰਬਾਣੀ ਦੀ ਸਹੀ ਮਾਇਨੇ 'ਚ ਵਿਚਾਰ ਕਰਦਾ ਹੋਵੇ? ਬਾਬਾ ਪ੍ਰੇਮ ਸਿੰਘ ਜੀ ਨੇ ਉਸ ਸਮੇਂ ਬਾਬਾ ਜੀ ਨੂੰ ਵਚਨ ਕੀਤਾ ਸੀ, ਬਾਬਾ ਜੀ, ਤੁਹਾਨੂੰ ਐਸਾ ਰਸੀਆ ਮਿਲੇਗਾ ਪਰ ਵਿਦੇਸ਼ ਦੀ ਧਰਤੀ ਤੇ। ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ। ਬਾਬਾ ਪ੍ਰੇਮ ਸਿੰਘ ਜੀ ਤੇ ਸੱਚਖੰਡ ਚਲੇ ਗਏ ਸਨ, ਪਰ ਕਾਫੀ ਸਮੇਂ ਬਾਅਦ ਬਾਬਾ ਪ੍ਰੇਮ ਸਿੰਘ ਜੀ ਦੇ ਬਚਨਾਂ ਅਨੁਸਾਰ ਵਿਦੇਸ਼ ਦੀ ਧਰਤੀ ਤੇ ਹੀ ਬਾਬਾ ਜੀ ਦਾ ਮਿਲਾਪ ਮਸਕੀਨ ਜੀ ਦੇ ਨਾਲ ਹੋਇਆ ਸੀ। ਦੱਸਦੇ ਹਨ ਕਿ ਵਿਦੇਸ਼ ਵਿਖੇ ਬਾਬਾ ਜੀ ਇੱਕ ਵਾਰ ਕਿਸੇ ਸੰਗੀ ਦੇ ਘਰ ਬੈਠੇ ਹੋਏ ਸਨ। ਉਹਨਾਂ ਨੇ ਮਸਕੀਨ ਜੀ ਦੀ ਟੇਪ ਲਾਈ ਹੋਈ ਸੀ। ਮਸਕੀਨ ਜੀ ਦੀ ਆਵਾਜ਼ ਬਾਬਾ ਜੀ ਦੇ ਕੰਨੀ ਪਈ ਤਾਂ ਬਾਬਾ ਜੀ ਦਾ ਮਨ ਕੀਤਾ ਕਿ ਮਸਕੀਨ ਜੀ ਦੀ ਕਥਾ ਵਿੱਚ ਹਾਜ਼ਰੀ ਭਰੀਏ ਤੇ ਇਹਨਾਂ ਦੇ ਦਰਸ਼ਨ ਕਰੀਏ। ਪਰ ਉਸ ਸਮੇਂ ਮਸਕੀਨ ਜੀ ਦੇ ਨਾਲ ਬਾਬਾ ਜੀ ਦਾ ਮੇਲ ਨਹੀਂ ਹੋ ਸਕਿਆ। ਕੁਝ ਸਮੇਂ ਬਾਅਦ ਬਾਬਾ ਜੀ ਟੋਰਾਂਟੋ ਕੈਨੇਡਾ ਵਿਖੇ ਜਾ ਰਹੇ ਸਨ। ਲੰਡਨ ਏਅਰਪੋਰਟ ਵਿਖੇ ਵੇਟਿੰਗ ਹਾਲ ਵਿੱਚ ਬੈਠੇ ਹੋਏ ਸਨ। ਬਾਬਾ ਨਾਲ ਮਸਕੀਨ ਜੀ ਵੀ ਉਸੇ ਫਲਾਈਟ ਤੇ ਟੋਰਾਂਟੋ ਜਾ ਰਹੇ ਸਨ ਤੇ ਉਹ ਵੀ ਵੇਟਿੰਗ ਹਾਲ ਵਿੱਚ ਬੈਠੇ ਹੋਏ ਸਨ। ਬਾਬਾ ਜੀ ਨੇ ਮਸਕੀਨ ਜੀ ਨੂੰ ਦੇਖਿਆ ਤਾਂ ਉੱਠ ਕੇ ਮਸਕੀਨ ਜੀ ਦੇ ਕੋਲ ਆਏ। ਮਸਕੀਨ ਜੀ ਨੇ ਬਾਬਾ ਜੀ ਦੇ ਨਾਲ ਮਿਲਾਪ ਦੀ ਇਹ ਹੱਡਬੀਤੀ ਗੁਰਦੁਆਰਾ ਮੰਜੀ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਕਥਾ ਕਰਦੇ ਹੋਏ ਸੰਗਤ ਨੂੰ ਆਪ ਸਰਵਣ ਕਰਵਾਈ ਸੀ। ਮਸਕੀਨ ਜੀ ਦੇ ਹੀ ਸ਼ਬਦਾਂ ਵਿੱਚ, ਇਸ ਸਟੇਜ ਤੇ ਮੈਂ ਅੱਜ ਪਹਿਲੀ ਵਾਰ ਕਹਿ ਰਿਹਾ, ਬਾਬਾ ਦਰਸ਼ਨ ਸਿੰਘ ਜੀ ਕਨੂਪੁਰ ਕਾਲੇ ਵਾਲੇ ਲੰਡਨ ਏਅਰਪੋਰਟ ਤੇ ਮਿਲਣਾ ਹੋਇਆ ਸੀ। ਮੈਂ ਟੋਰਾਂਟੋ ਜਾ ਰਿਹਾ ਸੀ। ਖੁਸ਼ਕਿਸਮਤੀ ਉਹ ਵੀ ਜਾ ਰਹੇ ਸਨ। ਜਿਸ ਫਲਾਈਟ ਦੀ ਟਿਕਟ ਮੇਰੇ ਕੋਲ ਸੀ, ਬ੍ਰਿਟਿਸ਼ ਏਅਰਵੇਜ਼, ਉਹਨਾਂ ਕੋਲ ਵੀ ਉਹੀ ਹੋ ਸੀ। ਮੈਂ ਟੋਰਾਂਟੋ ਜਾ ਰਿਹਾ ਸੀ, ਉਹ ਵੀ ਟੋਰਾਂਟੋ ਜਾ ਰਹੇ ਸਨ, ਪਰ 3 ਘੰਟੇ ਵੇਟ ਕਰਨਾ ਸੀ।
ਵੇਟਿੰਗ ਰੂਮ ਦੇ ਵਿੱਚ ਅਸੀਂ ਬੈਠੇ ਹੋਏ ਸੀ। ਮੈਨੂੰ ਕਹਿਣ ਲੱਗੇ, ਮੈਂ ਥੋੜਾ ਜਿਹਾ ਅੰਦਰ ਦੇਖਿਆ, ਤੁਹਾਡੇ ਨਾਲ ਮੇਰਾ ਪਿਛਲਾ ਸੰਬੰਧ ਹੈ। ਮੈਂ ਕਿਹਾ, ਤੁਹਾਨੂੰ ਆਪਣਾ ਪਿਛੋਕੜ ਦਿਖਾਈ ਦਿੰਦਾ? ਕਹਿੰਦੇ, ਹੁਣ ਤੁਹਾਡੇ ਸਾਹਮਣੇ ਤੇ ਮੈਂ ਸੱਚ ਹੀ ਕਹਿਣਾ ਹੈ, ਦਿਖਾਈ ਦਿੰਦਾ। ਆਪਣੀਆਂ ਪਿਛਲੀਆਂ ਬੜੀਆਂ ਗੱਲਾਂ ਦੱਸੀਆਂ ਉਹਨਾਂ ਨੇ। ਫਿਰ ਬਾਅਦ ਵਿੱਚ ਇਤਨਾ ਵੀ ਦੱਸਿਆ ਕਿ ਬਾਬਾ ਸੁੰਦਰ ਸਿੰਘ ਅਲੀ ਬੇਗ ਨਾਲ ਵੀ ਮੈਂ ਰਿਹਾ, ਬਾਬਾ ਅਦਰ ਸਿੰਘ ਹੋਣਾ ਨਾਲ ਵੀ ਮੈਂ ਰਿਹਾ। ਦਾਸ ਦੇ ਨਾਲ ਇੱਕ ਬਾਬਾ ਲਛਮਣ ਸਿੰਘ ਚੱਲਦੇ ਹੁੰਦੇ ਸਨ। 125 ਸਾਲ ਦੇ ਹੋ ਕੇ ਗੁਜ਼ਰੇ ਨੇ, ਥੋੜਾ ਹੀ ਅਰਸਾ ਹੋਇਆ ਹੈ ਇੱਥੇ ਲਖਨਊ ਦੇ ਵਿੱਚ। ਉਹ ਉਹਨਾਂ ਨੂੰ ਵੀ ਜਾਣਦੇ ਸਨ ਉਸ ਜਵਾਨੀ ਦੀ ਉਮਰ ਵਿੱਚ, ਚੜ੍ਹਦੀ ਜਵਾਨੀ ਦੀ। ਕਹਿਣ ਲੱਗੇ, ਇਹ ਉਹੀ ਸਾਧ ਹੈ ਛਾਤਾ ਲੈ ਕੇ ਸੌਂਦਾ ਹੈ। ਉਸ ਦੇ ਪਿਛੋਕੜ ਬਾਰੇ ਵੀ ਉਹ ਜਾਣਦੇ ਸਨ। ਮੈਨੂੰ ਕਹਿਣ ਲੱਗੇ, ਤੁਹਾਡੇ ਨਾਲ ਚੱਲਦਾ ਹੈ? ਮੈਂ ਕਿਹਾ, ਬਹੁਤ ਮੁੱਦਤ ਤੋਂ ਚੱਲਦਾ ਹੈ, ਕੁਝ ਦਿਖਾਈ ਦਿੰਦਾ ਸੀ। ਧਿਆਨ ਜਦ ਮਨ ਦੇ ਤਲ ਤੇ ਚਲਾ ਜਾਏ ਤੇ ਮਨ ਦੇ ਵਿੱਚ ਜੋ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਪਏ ਨੇ, ਐਸਾ ਮਨੁੱਖ, ਇਸ ਨੂੰ ਅਸੀਂ ਅੰਤਰਜਾਮੀ ਕਹਿ ਸਕਦੇ ਹਾਂ, ਅੰਦਰ ਦੀ ਜਾਣਨ ਵਾਲਾ। ਧਿਆਨ ਜੋ ਅੰਦਰ ਚਲਿਆ ਗਿਆ, ਮਨੁੱਖ ਆਪਣੇ ਵਿਚਾਰ ਪੜ੍ਹਦਾ ਹੈ, ਆਪਣੇ ਸੰਸਕਾਰਾਂ ਨੂੰ ਪੜ੍ਹਦਾ ਹੈ। ਸਿਰਫ ਇਸ ਜਨਮ ਦੇ ਨਹੀਂ, ਅਗਲੇ ਜਨਮ ਦੇ ਵੀ ਪੜ੍ਹਦਾ ਹੈ। ਜਿੰਨਾ ਚਿਰ ਕੋਈ ਮਨ ਦੇ ਸੰਸਕਾਰਾਂ ਨੂੰ ਨਹੀਂ ਪੜ੍ਹ ਸਕਦਾ, ਬੜੇ ਤੋਂ ਬੜਾ ਸਿਆਣਾ ਵੀ ਮੂਰਖ ਹੈ। ਮਹਾਰਾਜ ਕਹਿੰਦੇ ਨੇ, ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨ ਪੜ੍ਹੈ ਆਣਾ। ਸਿਰ ਦੇ ਲੇਖ ਪੜ੍ਹਨਾ ਕੀ ਹੈ? ਮਨ ਨੂੰ ਪੜ੍ਹਨਾ। ਮਨ ਹੀ ਤੇ ਪਰਵਾਨਾ। ਕੌਣ ਪੜ੍ਹਦਾ ਹੈ? ਧਿਆਨ ਗਹਿਰਾ ਹੋਵੇ ਤੇ ਪੜ੍ਹੇ। ਧਿਆਨ ਗਹਿਰਾ ਹੋ ਗਿਆ ਤੇ ਜਨਮਾਂ ਜਨਮਾਂਤਰਾਂ ਦੇ ਉਸ ਨੂੰ ਸੰਸਕਾਰ ਦਿਖਾਈ ਦਿੰਦੇ ਨੇ। ਹੋ ਸਕਦਾ ਆਪਣਾ ਪਿਛਲਾ ਜਨਮ ਵੀ ਦਿਖਾਈ ਦਿੰਦਾ ਹੋਏ। ਭੂਤ ਭਵਿੱਖੋਂ ਵਰਤਮਾਨ, ਤ੍ਰਿਭਵਨ ਸੋਜੀ ਮਾਨ ਨਿਮਾਨੈ। ਬਾਬਾ ਜੀ ਨੇ ਬੜੇ ਵਚਨ ਉਹਨਾਂ ਦੇ ਅਤੀਤ ਦੇ ਵੀ ਮਸਕੀਨ ਜੀ ਨੂੰ ਦੱਸੇ। ਮਸਕੀਨ ਜੀ ਵਚਨ ਕਰਦੇ ਹੁੰਦੇ ਸਨ ਕਿ ਮੈਂ ਵੀ ਉਦੋਂ ਥੋੜੀ ਤਰਕ ਬਿਰਤੀ ਰੱਖਦਾ ਸੀ, ਇਸ ਲਈ ਮੈਂ ਵੀ ਮਹਾਂਪੁਰਖਾਂ ਤੇ ਤਰਕ ਕਰ ਦਿੱਤੀ। ਪਰ ਉਹ ਪੂਰਨ ਹਸਤੀ ਸਨ, ਉਹ ਅੰਦਰ ਦੀ ਜਾਣਨ ਵਾਲੇ ਸਨ। ਜਦੋਂ ਮੇਰੇ ਵੀ ਅਤੀਤ ਦੇ ਵਚਨ ਉਹਨਾਂ ਨੇ ਦੱਸੇ ਤਾਂ ਮੈਂ ਦੇਖਦਾ ਹੀ ਰਹਿ ਗਿਆ। ਬੜੀ ਸ਼ਰਧਾ ਹਿਰਦੇ ਅੰਦਰ ਬਾਬਾ ਜੀ ਪ੍ਰਤੀ ਬਣ ਗਈ। ਮਸਕੀਨ ਜੀ ਬਾਬਾ ਜੀ ਦੀ ਸ਼ਖਸੀਅਤ ਤੋਂ ਐਸੇ ਪ੍ਰਭਾਵਿਤ ਹੋਏ ਕਿ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਅਵਸਰ ਮਿਲਦਾ, ਮਸਕੀਨ ਜੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਜ਼ਰੂਰ ਆਉਂਦੇ ਸਨ। ਘਣੂਪੁਰ ਕਾਲੇ ਵਿਖੇ ਵੀ ਅਨੇਕਾਂ ਵਾਰ ਆਏ ਸਨ। ਪਰਉਪਕਾਰ ਦੇ ਕਾਰਜ ਤਹਿਤ ਹੀ ਬਾਬਾ ਜੀ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਵੀ ਚਰਨ ਪਾਉਣ ਲਈ ਆਏ। ਪਿੰਡ ਸ਼ੇਰ ਸਿੰਘ ਵਾਲਾ ਭੁਲੱਥ ਕਪੂਰਥਲਾ ਦੇ ਨਜ਼ਦੀਕ ਹੈ। ਇਸ ਪਿੰਡ ਦੀ ਬਹੁਤ ਸੰਗਤ ਬਾਬਾ ਜੀ ਦੀ ਸ਼ਰਧਾਲੂ ਸੀ ਤੇ ਪੰਡੋਰੀ ਕੁਟੀਆ ਵਿਖੇ ਆਉਂਦੀ ਹੁੰਦੀ ਸੀ। ਇਸੇ ਪਿੰਡ ਦੇ ਭਾਈ ਮਹਾਂਵੀਰ ਸਿੰਘ ਹੋਰਾਂ ਨੇ ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ, ਪਰ ਪਿੰਡ ਵਿੱਚ ਕੋਈ ਸਾਂਝਾ ਗੁਰਦੁਆਰਾ ਸਾਹਿਬ ਨਹੀਂ ਸੀ। ਬਾਬਾ ਜੀ ਵੀ ਮਹਾਂਵੀਰ ਸਿੰਘ ਹੋਰਾਂ ਦੇ ਗ੍ਰਹਿ ਵਿਖੇ ਆਉਂਦੇ ਹੁੰਦੇ ਸਨ। ਸੰਨ 1978 ਦੇ ਕਰੀਬ ਸੰਗਤ ਨੇ ਪਾਤਸ਼ਾਹ ਜੀ ਦੇ ਬਚਨ, ਜੋ ਜਨ ਭਗਤ ਦਾਸ ਨਿਜ ਪ੍ਰਭ ਕਾ, ਸੁਣ ਜੀਵਾਂ ਤਿਸ ਸੋਏ, ਉਦਮ ਕਰੋ ਦਰਸ਼ਨ ਪੇਖਨ ਕੋ, ਧਰਮ ਪ੍ਰਾਪਤ ਹੋਏ। ਅਨੁਸਾਰ ਉਦਮ ਕੀਤਾ ਤੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ, ਪਿੰਡ ਵਿੱਚ ਗੁਰਦੁਆਰਾ ਸਾਹਿਬ ਨਹੀਂ ਹੈ, ਆਪ ਜੀ ਗੁਰਦੁਆਰਾ ਸਾਹਿਬ ਦੀ ਸੇਵਾ ਕਰਾ ਦਿਓ। ਬਾਬਾ ਜੀ ਨੇ ਮਹਾਂਵੀਰ ਸਿੰਘ ਹੋਰਾਂ ਨੂੰ ਬਚਨ ਕੀਤਾ ਕਿ ਪੁੱਤ, ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਹੈ, ਤੁਸੀਂ ਗੁਰੂ ਘਰ ਲਈ ਜ਼ਮੀਨ ਦੀ ਸੇਵਾ ਕਰੋ, ਗੁਰੂ ਭਾਗ ਲਾਏਗਾ। ਪਹਿਲਾਂ ਭਾਈ ਪ੍ਰੀਤਮ ਸਿੰਘ ਹੋਰਾਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਜ਼ਮੀਨ ਦਿੱਤੀ ਸੀ, ਪਰ ਕਿਸੇ ਕਾਰਨ ਉੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਨਹੀਂ ਬਣ ਸਕੀ ਸੀ। ਫਿਰ ਮਹਾਂਵੀਰ ਸਿੰਘ ਹੋਰਾਂ ਨੇ ਜ਼ਮੀਨ ਦੀ ਸੇਵਾ ਕੀਤੀ। ਤਿੰਨ ਜਨ ਕੀ ਸੇਵਾ ਥਾਏ ਪਈ, ਜਿਨ ਕੋ ਕਿਰਪਾਲ ਹੋਵਤ ਬਨਵਾਰੀ। ਬਾਬਾ ਜੀ ਨੇ ਸੰਗਤ ਨੂੰ ਬਚਨ ਕੀਤਾ ਕਿ ਪੁੱਤ, ਜਾਓ, ਸਾਰੇ ਘਰ ਜਾਓ ਤੇ ਗੁਰੂ ਘਰ ਦੀ ਇਮਾਰਤ ਦੀ ਸੇਵਾ ਵਿੱਚ ਹਿੱਸਾ ਪਾਉਣ ਲਈ ਜੋ ਵੀ ਪੁੱਜਦਾ ਏ ਉਹ ਲੈ ਆਓ। ਬਚਨ ਮੰਨ ਕੇ ਸਾਰੀ ਸੰਗਤ ਨੇ
ਜਿੰਨੀ ਵੀ ਕਿਸੇ ਦੀ ਸਮਰੱਥਾ ਸੀ ਉਸ ਅਨੁਸਾਰ ਸੇਵਾ ਵਿੱਚ ਹਿੱਸਾ ਪਾਇਆ। ਤੁਮਰੀ ਗਤ ਮਿਤ ਤੁਮਈ ਜਾਨੀ, ਸੇ ਸੇਵਕ ਜਿਨ ਪਾਗਮ ਤੋਰੀ। ਬਾਬਾ ਜੀ ਨੇ ਨੀਂਹ ਪੱਥਰ ਰੱਖਿਆ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਆਰੰਭ ਕਰਵਾਈ। ਸਾਰੀ ਸੰਗਤ ਨੇ ਬੜੇ ਉਤਸ਼ਾਹ ਨਾਲ ਗੁਰੂ ਅਸਥਾਨ ਦੀ ਸੇਵਾ ਵਿੱਚ ਉਦਮ ਕੀਤਾ। ਸ਼ੇਰ ਸਿੰਘ ਵਾਲਾ ਵਿਖੇ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਜਥੇਦਾਰ ਦਰਸ਼ਨ ਸਿੰਘ ਮੰਡੀ ਰੋਡ ਵੀ ਹਾਜ਼ਰੀ ਭਰਨ ਲਈ ਆਉਂਦੇ ਹੁੰਦੇ ਸਨ। ਜਥੇਦਾਰ ਜੀ ਦਾ ਬਾਬਾ ਜੀ ਦੇ ਨਾਲ ਬਹੁਤ ਪ੍ਰੇਮ ਸੀ। ਇੱਕ ਦਿਨ ਜਥੇਦਾਰ ਜੀ ਆਏ ਤਾਂ ਬਾਬਾ ਜੀ ਜਥੇਦਾਰ ਜੀ ਨੂੰ ਕਹਿੰਦੇ, ਪੁੱਤ ਐਤਕੀ ਤੂੰ ਵੀ ਸਾਡੇ ਨਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਚੱਲ। ਜਥੇਦਾਰ ਜੀ ਨੇ ਸੱਤ ਵਚਨ ਕਿਹਾ। ਕੁਝ ਦਿਨਾਂ ਬਾਅਦ ਬਾਬਾ ਜੀ ਸੰਗਤ ਦੇ ਨਾਲ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਪਾਵਨ ਧਰਤੀ ਨੂੰ ਨਤਮਸਤਕ ਹੋਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਪਏ। ਬਾਬਾ ਜੀ ਦੀ ਸਖਤ ਹਦਾਇਤ ਹੁੰਦੀ ਸੀ ਕਿ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਣਾ ਹੈ। ਬੱਸ ਵਿੱਚ ਕਿਸੇ ਪ੍ਰਕਾਰ ਦਾ ਕੋਈ ਸੰਸਾਰੀ ਬਚਨ ਜਾਂ ਹਾਸਾ ਠੱਠਾ ਨਹੀਂ ਕਰਨਾ। ਸਭੋ ਜਪੀਆ ਜਾਪ ਜੇ ਮੁਖ ਹੋ ਬੋਲੇਟਿਆ ਅਨੁਸਾਰ ਸਭ ਨੇ ਸਤਿਨਾਮ ਵਾਹਿਗੁਰੂ ਦਾ ਹੀ ਜਾਪ ਕਰਨਾ ਹੈ। ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸੰਗਤ ਦਸਮ ਪਿਤਾ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚੀ। ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਸਾਰੀ ਸੰਗਤ ਨੇ ਗੁਰੂ ਦਸ਼ਮੇਸ਼ ਪਾਤਸ਼ਾਹ ਜੀ ਦੇ ਪਾਵਨ ਸਥਾਨ ਧੰਨ ਸੋ ਥਾਨ ਬਸੰਤ ਧੰਨ ਜੈ ਜਪੀਐ ਨਾਮ ਕਥਾ ਕੀਰਤਨ ਹਰ ਅਤ ਘਨਾ ਸੁਖ ਸਹਿਜ ਵਿਸਰਾਮ ਦੇ ਦਰਸ਼ਨ ਕੀਤੇ। ਕਥਾ ਕੀਰਤਨ ਵਿੱਚ ਹਾਜ਼ਰੀ ਭਰ ਕੇ ਸੰਗਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਗੋਬਿੰਦ ਘਾਟ ਵਿਖੇ ਪਹੁੰਚੀ। ਉੱਥੋਂ ਸੰਗਤ ਬੱਸਾਂ ਵਿੱਚ ਬੈਠ ਗਈ। ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੰਦੇ। ਰਸਤੇ ਵਿੱਚ ਜੋਚੀ ਮੱਠ ਦੇ ਚਮੇਲੀ ਦੇ ਵਿਚਕਾਰ ਜਿਹੜੀ ਬੱਸ ਵਿੱਚ ਜਥੇਦਾਰ ਜੀ ਬੈਠੇ ਹੋਏ ਸਨ ਉਸ ਦੇ ਟਾਇਰ ਦਾ ਐਕਸਲ ਟੁੱਟ ਗਿਆ। ਪਰ ਗੁਰੂ ਪ੍ਰਤਾਪ ਪਾਤਸ਼ਾਹ ਜੀ ਦਾ ਪ੍ਰਤਾਪ ਕ੍ਰਿਸ਼ਮਾ ਵਾਪਰਿਆ ਕਿ ਟੁੱਟੇ ਹੋਏ ਐਕਸਲ ਨਾਲ ਹੀ ਬੱਸ ਚੱਲਦੀ ਰਹੀ ਤੇ ਬੱਸ ਵਿੱਚ ਬੈਠੇ ਕਿਸੇ ਵੀ ਯਾਤਰੀ ਨੂੰ ਇਸ ਦੀ ਖਬਰ ਨਹੀਂ ਲੱਗੀ। ਨਾ ਹੀ ਡਰਾਈਵਰ ਨੂੰ ਇਸ ਦਾ ਕੋਈ ਪਤਾ ਲੱਗਾ ਕਿ ਟਾਇਰ ਦਾ ਐਕਸਲ ਟੁੱਟਾ ਹੋਇਆ ਹੈ। ਇਹ ਕੋਈ ਗੈਬੀ ਸ਼ਕਤੀ ਹੀ ਵਰਤੀ ਸੀ ਜਿਵੇਂ ਪਰਮੇਸ਼ਵਰ ਨੇ ਆਪ ਹੱਥ ਦੇ ਕੇ ਰੱਖਿਆ ਹੋਵੇ। ਵਚਨ ਵੀ ਹੈ, ਤੇਰੀ ਟੇਕ ਤੇਰਾ ਆਦਰਾ हाथ दे तू रख, जिस जन ऊपर तेरी कृपा तिसको विपन को पाख। एक दो मील इवें ही पहाड़ा में बस चलती रही तो संगत सतनाम वाहिगुरू का जाप करती रही। दो बच्चे जिन्हां दी उम्र तकरीबन 11-12 साल सी सड़क ते खड़ के बस नूं रोकण लगे। उन्हां नूं देख के ड्राइवर ने बस रोकी तो उन्होंने टायर वाल इशारा किया। इशारा करके वो बच्चे पहाड़ा वाल चले गए तो फिर किते नज़री नहीं पे। ड्राइवर ने बस तो उतर के देखा कि टायर का तो एक्सल टुटा होया सी। वो बहुत हैरान होया कि जे एक्सल ही टुट गया सी तो बस चल किवें रही सी। संगत ने भी ये कौतक देख के परमात्मा का शुकराना किया ते गुरु महाराज जी दियां ये पंक्तियां वार वार सिमरती विच आउण लगियां कि गुरपुरै चरनी लाया हर संग सहाई पाया। जह जाइए कहाँ सुहेले कर कृपा प्रभ मेले। सच्चे पातशाह तू ही सहाई होया है, तू ही सुहेला बनया है, तू ही रहमत कीती है। बाबा जी को पता लगा कि बस का एक्सल टुट गया है तो बाबा जी ने संगत को लियाउण लई दूसरी बस भेजी। दूसरी बस संगत को लैके बाबा जी के कोल चमेली पहुंची। बाबा जी जथेदार जी को कहते, पुत रस्ते विच दर्शन कीते ने? जथेदार जी कहते कि हाँ जी बाबा जी कीते सन। बचन किया, पुत
ਇਹ ਉਹੀ ਆਏ ਸੀ ਜਿਹਦੇ ਦਰਸ਼ਨ ਕਰਨ ਗਏ ਸਾਂ। ਵੱਡਾ ਭਾਗ ਦੇਵੈ ਪਰਮੇਸ਼ਰ, ਕੋਟ ਫਲਾ ਦਰਸ਼ਨ ਗੁਰ ਡੀਠੇ। ਤਥਾ ਜੇ ਹੋਵੈ ਭਾਗ ਤਾਂ ਦਰਸ਼ਨ ਪਾਈਐ। ਬਾਬਾ ਜੀ ਦਾ ਇਹ ਬਚਨ ਸੁਣ ਕੇ ਸਾਰੀ ਸੰਗਤ ਬਹੁਤ ਅਚਰਜ ਹੋਈ ਤੇ ਸਾਰੀ ਸੰਗਤ ਨੇ ਗੁਰੂ ਕਲਗੀਧਰ ਪਿਤਾ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕੀਤਾ ਕਿ ਦਾਤਿਆ ਤੂੰ ਧੰਨ ਹੈ ਜੋ ਪ੍ਰਤੱਖ ਵਰਤ ਕੇ ਆਪਣੇ ਬੱਚਿਆਂ ਦੀ ਰੱਖਿਆ ਕਰਦਾ ਹੈ, ਤੂੰ ਧੰਨ ਹੈ। ਗੁਰੂ ਦਸ਼ਮੇਸ਼ ਜੀ ਵੀ ਬਚਨ ਕਰਦੇ ਹਨ ਕਿ ਜਿਤੇ ਸਰਨ ਜੈ ਹੈ ਤਿਤੇ ਰਾਖ ਲੈ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵੀ ਬਚਨ ਹੈ, ਹਰ ਹਰ ਨਾਮ ਮੇਰਾ ਮਨ ਵਸਾਈ, ਸਭ ਦੁਖ ਵਿਸਾਰਨ ਹਾਰਾ। ਵਡ ਭਾਗੀ ਗੁਰ ਦਰਸ਼ਨ ਪਾਇਆ, ਧੰਨ ਧੰਨ ਸਤਿਗੁਰੂ ਹਮਾਰਾ। ਉਧਰ ਇਤਨੇ ਸਮੇਂ ਨੂੰ ਸ਼ੇਰ ਸਿੰਘ ਵਾਲਾ ਵਿਖੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਵੀ ਸੰਪੂਰਨ ਤਿਆਰੀ ਹੋ ਗਈ। ਸਾਰੇ ਨਗਰ ਦੀ ਸੰਗਤ ਤੇ ਆਸ-ਪਾਸ ਦੇ ਪਿੰਡਾਂ ਦੀ ਵੀ ਸੰਗਤ ਨੇ ਬਹੁਤ ਵੱਧ ਚੜ ਕੇ ਸੇਵਾ ਵਿੱਚ ਹਾਜ਼ਰੀ ਲਵਾ ਕੇ ਲਾਹਾ ਕੱਢਿਆ। ਗੁਰੂ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਕਿ ਸੰਗਤ ਲਈ ਪਾਵਨ ਸਥਾਨ ਬਣ ਗਿਆ, ਜੋ ਬਚਨ ਵੀ ਹੈ ਸੱਚ ਸਲਾਹੀ ਧੰਨ ਗੁਰਦੁਆਰ, ਨਾਨਕ ਦਰ ਘਰ ਏਕ ਓੰਕਾਰ। ਤਥਾ ਗੁਰ ਗੋਪਾਲ ਗੁਰ ਗੋਬਿੰਦਾ, ਗੁਰ ਦਇਆਲ ਸਦਾ ਬਖਸ਼ਿੰਦਾ। ਗੁਰ ਸਾਸਤ ਸਿਮਰਤ ਖੰਡ ਕਰਮਾ, ਗੁਰ ਪਵਿੱਤਰ ਅਸਥਾਨਾ ਹੈ। ਗੁਰਦੁਆਰਾ ਸਾਹਿਬ ਸ਼ੇਰ ਸਿੰਘ ਵਾਲਾ ਦੀ ਇਮਾਰਤ ਦੀ ਸੰਪੂਰਨਤਾ ਤੇ ਬਾਬਾ ਜੀ ਨੇ ਅਕਾਲ ਪੁਰਖ ਪਾਤਸ਼ਾਹ ਜੀ ਦੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ। ਗੁਰੂ ਬਖਸ਼ਿਸ਼ ਆਸਰੇ ਸੰਗਤ ਨੂੰ ਖੰਡੇ ਬਾਟੇ ਦੀ ਪਹੁਲ ਨਾਲ ਜੋੜਨ ਲਈ ਅੰਮ੍ਰਿਤ ਸੰਚਾਰ ਵੀ ਕਰਵਾਇਆ। ਇਸੇ ਦੌਰਾਨ ਬਾਬਾ ਜੀ ਦਾ ਮੇਲ ਸਿੰਘ ਸਾਹਿਬ ਗਿਆਨੀ ਹਰਭਜਨ ਸਿੰਘ ਜੀ ਦੇ ਨਾਲ ਹੋਇਆ। ਸਿੰਘ ਸਾਹਿਬ ਗਿਆਨੀ ਹਰਭਜਨ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰੇ ਸਹਿਬਾਨ ਵਜੋਂ ਸੇਵਾ ਨਿਭਾਉਂਦੇ ਸਨ। ਸਿੰਘ ਸਾਹਿਬ ਜੀ ਨੇ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੇ ਸਮੇਂ ਟਕਸਾਲ ਵਿਖੇ ਵੀ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾਈ ਸੀ ਅਤੇ ਫਿਰ ਗੁਰਦੁਆਰਾ ਸਾਹਿਬ ਬਾਬਾ ਅਟਲ ਰਾਏ ਜੀ ਅਤੇ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਵਿਖੇ ਵੀ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾਈ। ਉਸ ਸਮੇਂ ਸਿੰਘ ਸਾਹਿਬ ਜੀ ਗੁਰਦੁਆਰਾ ਮੰਜੀ ਸਾਹਿਬ ਵਿਖੇ ਕਥਾ ਵਿਚਾਰਾਂ ਵਿੱਚ ਵੀ ਹਾਜ਼ਰੀ ਭਰਦੇ ਹੁੰਦੇ ਸਨ। ਬੜੀ ਸਤਿਕਾਰਯੋਗ ਹਸਤੀ ਸਿੰਘ ਸਾਹਿਬ ਜੀ ਸਨ। ਸ਼ੇਰ ਸਿੰਘ ਵਾਲਾ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਲਈ ਸਿੰਘ ਸਾਹਿਬ ਜੀ ਬੱਸ ਰਾਹੀਂ ਕਰਤਾਰਪੁਰ ਜਲੰਧਰ ਪਹੁੰਚੇ। ਬਾਬਾ ਜੀ ਨੇ ਪੰਜ ਪਿਆਰੇ ਸਹਿਬਾਨ ਨੂੰ ਲਿਆਉਣ ਵਾਸਤੇ ਕਰਤਾਰਪੁਰ ਮੈਟਾਡੋਰ ਭੇਜੀ, ਪਰ ਮੈਟਾਡੋਰ ਰਸਤੇ ਵਿੱਚ ਖਰਾਬ ਹੋ ਗਈ। ਸਿੰਘ ਸਾਹਿਬ ਪੈਦਲ ਚੱਲ ਕੇ ਆਏ ਤੇ ਫਿਰ ਅੱਗੋਂ ਉਹਨਾਂ ਨੇ ਟਾਂਗਾ ਕਰਵਾ ਲਿਆ। ਟੈਲੀਫੋਨ ਦਾ ਕੋਈ ਸਾਧਨ ਨਹੀਂ ਸੀ, ਪਰ ਅੰਤਰਜਾਮੀ ਮਹਾਂਪੁਰਖਾਂ ਨੂੰ ਅੰਦਰੋਂ ਹੀ ਤਾਰਾਂ ਖੜਕ ਗਈਆਂ ਕਿ ਮੈਟਾਡੋਰ ਸਿੰਘ ਸਾਹਿਬ ਹੋਰਾਂ ਤੱਕ ਪਹੁੰਚੀ ਨਹੀਂ। ਬਾਬਾ ਜੀ ਸੰਗਤ ਦੇ ਨਾਲ ਪੈਦਲ ਹੀ ਕਰਤਾਰਪੁਰ ਵੱਲ ਨੂੰ ਚੱਲ ਪਏ। ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਤੇ ਬੜਾ ਵੈਰਾਗ ਮਹਾਂਪੁਰਖ ਕਰ ਰਹੇ ਸਨ। ਰਸਤੇ ਵਿੱਚ ਪੰਜ ਪਿਆਰੇ ਸਾਹਿਬਾਨ ਨਾਲ ਮਿਲਾਪ ਹੋਇਆ। ਬਾਬਾ ਜੀ ਨੇ ਪੰਜ ਪਿਆਰੇ ਸਾਹਿਬਾਨ ਨੂੰ ਡੰਡੌਤ ਨਮਸਕਾਰ ਕਰਕੇ ਫਤਿਹ ਬੁਲਾਈ ਤੇ ਮੁਆਫੀਆਂ ਹੀ ਮੰਗੀ ਜਾਣ ਕੇ ਪਾਤਸ਼ਾਹ ਸਾਨੂੰ ਮਾਫ ਕਰ ਦਿਓ, ਮੈਂ ਬਾਜਾਂ ਵਾਲੇ ਨੂੰ ਅੱਜ ਪੈਦਲ ਤੁਰਨ ਤੇ ਮਜਬੂਰ ਕੀਤਾ ਹੈ। ਮੈਂ ਨਕੰਮਾ, ਮੈਂ ਮਾੜੀ ਗੱਡੀ ਭੇਜੀ ਏ, ਮੈਂ ਕੋਈ ਚੰਗੀ ਗੱਡੀ ਨਹੀਂ ਭੇਜ ਸਕਿਆ, ਪਾਤਸ਼ਾਹ ਮੈਨੂੰ ਮਾਫ ਕਰ ਦਿਓ। ਸਿੰਘ ਸਾਹਿਬ ਹੋਰਾਂ ਨੇ ਬਾਬਾ ਜੀ ਨੂੰ ਫੜ ਕੇ ਖੜਾ ਕੀਤਾ ਤੇ ਬਚਨ ਕੀਤਾ ਕਿ ਬਾਬਾ ਜੀ ਤੁਸੀਂ ਇਸ ਤਰ੍ਹਾਂ ਨਾ ਕਰੋ, ਸਾਡੇ ਸਿਰ ਭਾਰ ਨਾ ਚੜਾਓ। ਬਾਬਾ ਜੀ ਕਹਿੰਦੇ ਪਾਤਸ਼ਾਹ ਤੁਸੀਂ ਇਸ ਤਰ੍ਹਾਂ ਕਿਉਂ ਕਿਹਾ? ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਜਿੱਥੇ ਪੰਜ ਸਿੰਘ ਹੋਣਗੇ ਉੱਥੇ ਮੈਂ ਆਪ ਹੋਵਾਂਗਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਸਾਡੀ ਨਜ਼ਰ ਵਿੱਚ ਤੇ ਤੁਸੀਂ ਅਲੱਗ-ਅਲੱਗ ਪੰਜ ਸਿੰਘ ਨਹੀਂ ਹੋ, ਸਾਡੀ ਨਜ਼ਰ ਵਿੱਚ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੀ ਨੇ। ਮੇਰੇ ਕੋਲੋਂ ਪਾਤਸ਼ਾਹ ਦੇ ਸੰਸਕਾਰ ਵਿੱਚ ਜੋ ਕਮੀ ਹੋਈ ਹੈ, ਸਾਹਿਬ ਜੀ ਮੈਨੂੰ ਮੁਆਫ ਕਰ ਦਿਓ, ਮੈਨੂੰ ਮੁਆਫ ਕਰ ਦਿਓ।
ਵਾਰ-ਵਾਰ ਬਾਬਾ ਜੀ ਇੰਜ ਮਾਫੀ ਹੀ ਮੰਗੀ ਜਾਣ। ਸਿੰਘ ਸਾਹਿਬ ਹੋਰੀ ਇਹ ਦੇਖ ਕੇ ਬਹੁਤ ਅਚਰਜ ਹੋਏ ਕਿ ਪੰਜ ਸਿੰਘਾਂ ਦਾ ਇਤਨਾ ਸਤਿਕਾਰ ਕੀ ਕਿਸੇ ਦੇ ਹਿਰਦੇ ਵਿੱਚ ਹੋ ਸਕਦਾ ਹੈ। ਬਾਬਾ ਜੀ ਦੀ ਨਿਮਰਤਾ ਤੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸਮਰਪਿਤ ਜੀਵਨ ਦੇਖ ਕੇ ਸਿੰਘ ਸਾਹਿਬ ਹੋਰੀ ਬਹੁਤ ਪ੍ਰਭਾਵਿਤ ਹੋਏ। ਸਿੰਘ ਸਾਹਿਬ ਹੋਰਾਂ ਨੂੰ ਬੜੇ ਅਦਬ ਸਤਿਕਾਰ ਨਾਲ ਬਾਬਾ ਜੀ ਸ਼ੇਰ ਸਿੰਘ ਵਾਲਾ ਵਿਖੇ ਲੈ ਕੇ ਆਏ। ਗੁਰੂ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਇਆ। ਸਿੱਖਿਆ ਦੇਣ ਦੀ ਸੇਵਾ ਗਿਆਨੀ ਹਰਭਜਨ ਸਿੰਘ ਜੀ ਨੇ ਹੀ ਨਿਭਾਈ। ਇਸ ਸਾਰੇ ਪ੍ਰੋਗਰਾਮ ਵਿੱਚ ਹਾਜ਼ਰੀ ਭਰ ਕੇ ਬਾਬਾ ਜੀ ਅਤੇ ਸਿੰਘ ਸਾਹਿਬ ਜੀ ਫਿਰ ਪੰਡੋਰੀ ਕੁਟੀਆ ਪੰਡੋਰੀ ਰਾਜਪੂਤਾ ਵਿਖੇ ਆ ਗਏ। ਬਾਬਾ ਜੀ ਸ਼ਾਮ ਨੂੰ ਇਕੱਲੇ ਬੈਠੇ ਹੋਏ ਸਨ। ਗਿਆਨੀ ਹਰਭਜਨ ਸਿੰਘ ਜੀ ਦਾ ਮਨ ਕੀਤਾ ਕਿ ਮਹਾਂਪੁਰਖ ਇਕੱਲੇ ਬੈਠੇ ਹਨ, ਮਹਾਂਪੁਰਖਾਂ ਕੋਲ ਚੱਲ ਕੇ ਕੋਈ ਜੁਗਤੀ ਵਾਲਾ ਬਚਨ ਸੁਣੀਏ। ਸਿੰਘ ਸਾਹਿਬ ਬਾਬਾ ਜੀ ਦੇ ਕੋਲ ਆਏ, ਫਤਿਹ ਦੀ ਸਾਂਝ ਕੀਤੀ ਤਾਂ ਬਾਬਾ ਜੀ ਵੀ ਫਤਿਹ ਦੀ ਸਾਂਝ ਕਰਕੇ ਕਹਿੰਦੇ ਕਿ ਆਓ ਸਿੰਘ ਸਾਹਿਬ ਜੀ, ਅੱਜ ਬੜਾ ਆਨੰਦ ਆਇਆ ਹੈ, ਤੁਸੀਂ ਬੜੀ ਸੋਹਣੀ ਸਿੱਖਿਆ ਦਿੱਤੀ, ਬੜੇ ਪਿਆਰੇ ਬਚਨ ਕੀਤੇ, ਅਸੀਂ ਸਾਰਾ ਸੁਣਿਆ। ਸਿੰਘ ਸਾਹਿਬ ਜੀ ਵੀ ਸਤ ਬਚਨ ਕਰਕੇ ਬਾਬਾ ਜੀ ਦੇ ਕੋਲ ਬੈਠ ਗਏ। ਬਾਬਾ ਜੀ ਨੇ ਬਚਨ ਕੀਤਾ ਕਿ ਸਿੰਘ ਸਾਹਿਬ ਜੀ, ਤੁਸੀਂ ਮਹਾਂਪੁਰਸ਼ਾਂ ਦੇ ਕੋਲ ਰਹਿੰਦੇ ਹੋ, ਇੱਕ ਸਾਲ ਦੇ ਵਿੱਚ ਰਹੇ ਹੋ, ਮੱਖਣ ਕੱਢਣਾ ਤੁਸੀਂ ਕਦੇ ਸਿੱਖਿਆ ਹੈ ਕਿ ਨਹੀਂ? ਸਿੰਘ ਸਾਹਿਬ ਜੀ ਚੁੱਪ ਰਹੇ। ਬਾਬਾ ਜੀ ਕਹਿੰਦੇ, ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ। ਮੈਂ ਤੇ ਇਸ ਮੱਖਣ ਦੀ ਗੱਲ ਕਰ ਰਿਹਾ। ਤੁਹਾਡੇ ਕੋਲ ਚਾਟੀ ਵੀ ਹੈਗੀ ਏ, ਮਧਾਣੀ ਵੀ ਹੈਗੀ ਏ ਤੇ ਤੁਹਾਨੂੰ ਰਿੜਕਣਾ ਵੀ ਵਾਵਾ ਆਉਂਦਾ ਹੈ, ਪਰ ਕਿਤੇ ਮੱਖਣ ਕੱਢਣਾ ਵੀ ਸਿੱਖਿਆ ਕਿ ਨਹੀਂ? ਮਹਾਂਪੁਰਖਾਂ ਦੇ ਕੋਲ ਰਹੇ ਹੋ, ਕੋਈ ਸਾਨੂੰ ਵੀ ਉਹਨਾਂ ਦਾ ਬਚਨ ਦੱਸੋ। ਸਿੰਘ ਸਾਹਿਬ ਕਹਿੰਦੇ ਕਿ ਬਾਬਾ ਜੀ, ਤੁਸੀਂ ਤੇ ਆਪ ਮੱਖਣ ਛਕ ਚੁੱਕੇ ਹੋ ਤੇ ਮੱਖਣ ਛਕਾਉਣ ਵਾਲੇ ਹੋ, ਮੈਂ ਆਪ ਜੀ ਨੂੰ ਕੀ ਦੱਸਾਂ? ਮੈਂ ਤੇ ਆਪ ਇਸ ਆਸ ਨਾਲ ਆਇਆ ਕਿ ਮਹਾਂਪੁਰਖ ਇਕੱਲੇ ਬੈਠੇ ਨੇ, ਕੋਈ ਇਹਨਾਂ ਕੋਲੋਂ ਜੁਗਤੀ ਲਈਏ। ਬਾਬਾ ਜੀ ਕਹਿੰਦੇ ਕਿ ਜੁਗਤੀ ਵਾਲਿਆਂ ਦੇ ਕੋਲ ਬੈਠੀਏ ਤੇ ਜੁਗਤੀ ਮਿਲਦੀ ਏ। ਜਿਸ ਨਾਮ ਮਿਰਦਾ ਤਿਸ ਸਭ ਹੀ ਜੁਗਤਾ। ਸਿੰਘ ਸਾਹਿਬ ਜੀ ਕਹਿੰਦੇ ਕਿ ਬਾਬਾ ਜੀ, ਤੁਹਾਨੂੰ ਜੁਗਤੀ ਕਿੱਥੋਂ ਮਿਲੀ ਸੀ? ਬਾਬਾ ਜੀ ਨੇ ਦੱਸਿਆ ਕਿ ਸਾਡੇ ਭੂਆ ਜੀ ਹੁੰਦੇ ਸਨ, ਉਹ ਬਾਹਰ ਖੇਤਾਂ ਵਿੱਚ ਸਿਮਰਨ ਕਰਨ ਲਈ ਚਲੇ ਜਾਂਦੇ ਸਨ, ਸਾਨੂੰ ਵੀ ਨਾਲ ਲੈ ਜਾਂਦੇ ਸਨ, ਸਾਨੂੰ ਕੋਲ ਬਿਠਾ ਲੈਣਾ ਤੇ ਵਾਹਿਗੁਰੂ ਦਾ ਸਿਮਰਨ ਕਰਵਾਉਣਾ। ਉਤੋਂ ਹੀ ਸਾਨੂੰ ਸਿਮਰਨ ਦੀ ਲਾਗ ਲੱਗ ਗਈ। ਉਹਨਾਂ ਨੇ ਸਾਨੂੰ ਇਹ ਜੁਗਤੀ ਬਖਸ਼ਿਸ਼ ਕੀਤੀ ਸੀ। ਇਤਨੇ ਵਚਨ ਕਰਦੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਦਾ ਸਮਾਂ ਹੋ ਗਿਆ। ਕੁਝ ਹੋਰ ਸੰਗਤ ਵੀ ਬਾਬਾ ਜੀ ਦੇ ਕੋਲ ਆ ਕੇ ਬੈਠ ਗਈ। ਬਾਬਾ ਜੀ ਸਿੰਘ ਸਾਹਿਬ ਨੂੰ ਕਹਿੰਦੇ ਕਿ ਸਿੰਘ ਸਾਹਿਬ ਜੀ, ਸਮਾਂ ਹੋ ਗਿਆ ਹੈ, ਤੁਸੀਂ ਹੁਣ ਰਹਿਰਾਸ ਸਾਹਿਬ ਜੀ ਦਾ ਪਾਠ ਸਰਵਣ ਕਰਾ ਦਿਓ। ਸਿੰਘ ਸਾਹਿਬ ਜੀ ਨੇ ਫਿਰ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਤੇ ਅਰਦਾਸ ਕੀਤੀ। ਅਰਦਾਸ ਵਿੱਚ ਸਿੰਘ ਸਾਹਿਬ ਜੀ ਨੇ ਅੰਤ ਤੇ ਬਚਨ ਕੀਤੇ ਕਿ ਸੱਚੇ ਪਾਤਸ਼ਾਹ, ਬਾਣੀ ਪੜ੍ਹਦੇ ਸੁਣਦੇ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ। ਸਮਾਪਤੀ ਉਪਰੰਤ ਬਾਬਾ ਜੀ ਸਿੰਘ ਸਾਹਿਬ ਜੀ ਨੂੰ ਕਹਿੰਦੇ ਕਿ ਸਿੰਘ ਸਾਹਿਬ ਜੀ, ਨਹੀਂ, ਇਸ ਤਰ੍ਹਾਂ ਨਹੀਂ ਕਹਿਣਾ। ਸਿੰਘ ਸਾਹਿਬ ਜੀ, ਤੁਸੀਂ ਸਿਆਣੇ ਹੋ, ਅਸੀਂ ਤੇ ਹੈ ਹੀ ਭੁੱਲਣਹਾਰ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਿੱਧਾ ਅਰਦਾਸ ਵਿੱਚ ਕਹਿਆ ਕਰੋ ਕਿ ਸਤਿਗੁਰੂ ਜੀ, ਸਾਡੇ ਕੋਲੋਂ ਬਹੁਤ ਭੁੱਲਾਂ ਹੋਈਆਂ ਹਨ, ਭੁੱਲਾਂ ਹੋ ਗਈਆਂ ਹੋਣਗੀਆਂ, ਜਿਹੜੀਆਂ ਸਾਡੇ ਕੋਲੋਂ ਹੋਈਆਂ ਨੇ ਅਸੀਂ ਉਹ ਵੀ ਮੰਨਣ ਨੂੰ ਤਿਆਰ ਨਹੀਂ। ਸਿੰਘ ਸਾਹਿਬ ਜੀ ਕਹਿੰਦੇ ਕਿ ਬਾਬਾ ਜੀ, ਤੁਹਾਡੇ ਵਰਗੇ ਸਤਿਪੁਰਸ਼ਾਂ ਕੋਲੋਂ ਹੀ ਅਜਿਹੀਆਂ ਜੁਗਤੀਆਂ ਮਿਲਦੀਆਂ ਹਨ। ਬਾਬਾ ਜੀ ਕਹਿੰਦੇ ਕਿ ਸਿੰਘ ਸਾਹਿਬ ਜੀ, ਇਹ ਤੇ ਐਵੇਂ ਤੁਸੀਂ ਸਾਨੂੰ ਮਾਣ ਬਖਸ਼ ਰਹੇ ਹੋ, ਤੁਸੀਂ ਤੇ ਆਪ ਬਹੁਤ ਸਿਆਣੇ ਹੋ, ਸੋਝੀ ਵਾਲੇ ਹੋ। ਕਾਫੀ ਸਮਾਂ ਸਿੰਘ ਸਾਹਿਬ ਜੀ ਨੇ ਬਾਬਾ ਜੀ ਦੇ ਨਾਲ ਵਿਚਾਰਾਂ ਕੀਤੀਆਂ। ਰਾਤ ਨੂੰ ਦੀਵਾਨ ਸਜੇ। ਬਾਬਾ ਜੀ ਤੇ ਸਿੰਘ ਸਾਹਿਬ ਜੀ ਹੋਰਾਂ ਨੇ ਵੀ ਦੀਵਾਨ ਵਿੱਚ ਹਾਜ਼ਰੀ ਭਰੀ। ਸਿੰਘ ਸਾਹਿਬ ਜੀ ਦੱਸਦੇ ਸਨ ਕਿ ਬਾਬਾ ਜੀ ਬੜੀ ਨਿਮਰਤਾ ਵਾਲੇ ਸਤਿਪੁਰਸ਼ ਸਨ। ਭਰੇ ਦੀਵਾਨ ਵਿੱਚ ਬਾਬਾ ਜੀ ਨੇ ਬੜੇ ਵਿਰਾਗ ਵਿੱਚ ਬਚਨ ਕੀਤੇ ਕਿ ਸਾਧ ਸੰਗਤ, ਮੈਂ ਬਹੁਤ ਵਾਰੀ ਤੁਹਾਨੂੰ ਕਹਿੰਦਾ ਹਾਂ ਕਿ ਸਾਨੂੰ ਮਿੱਟੀ ਦੇ ਬੁੱਤਾਂ ਨੂੰ ਮੱਥਾ ਨਾ ਟੇਕਿਆ ਕਰੋ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਸੁਸ਼ੋਭਿਤ ਨੇ। ਤੁਸੀਂ ਦਰਸ਼ਨ ਕਰਨੇ ਨੇ ਤਾਂ ਇਹਨਾਂ ਦੇ ਕਰੋ।
ਵਾਹਿਗੁਰੂ ਦੇ ਦਰਸ਼ਨ ਕਰਨੇ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਨੇ, ਇਹ ਆਪ ਨੇ। ਤੁਸੀਂ ਇਸ ਮਿੱਟੀ ਦੇ ਬੁੱਤ ਨੂੰ, ਮਿੱਟੀ ਦੀ ਮੜੋਲੀ ਨੂੰ ਮੱਥੇ ਨਾ ਟੇਕਿਆ ਕਰੋ, ਮੈਨੂੰ ਪਾਪੀ ਨਾ ਬਣਾਇਆ ਕਰੋ, ਨਾ ਆਪ ਪਾਪੀ ਬਣੋ। ਅਸੀਂ ਦੋਵੇਂ ਧਿਰਾਂ ਪਾਪੀ ਬਣਾਂਗੇ, ਤੁਸੀਂ ਮੱਥੇ ਟੇਕਣ ਵਾਲੇ ਤੇ ਮੈਂ ਚੁਕਾਉਣ ਵਾਲਾ। ਇਹ ਤੇ ਪਾਪ ਧੋਣ ਵਾਸਤੇ ਸਾਨੂੰ ਮਨੁੱਖਾ ਜਨਮ ਮਿਲਿਆ ਤੇ ਅਸੀਂ ਉਲਟਾ ਪਾਪ ਕਮਾਈ ਜਾਂਦੇ ਆ। ਕੋਈ ਵੀ ਸਾਨੂੰ ਮੱਥਾ ਨਾ ਟੇਕੇ, ਨਾ ਪਾਪੀ ਬਣੋ ਤੇ ਨਾ ਸਾਨੂੰ ਪਾਪੀ ਬਣਾਓ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਕਰੋ। ਬਾਬਾ ਜੀ ਦੇ ਮੁਖ ਤੋਂ ਇਹ ਵਿਚਾਰਾਂ ਸੁਣ ਕੇ ਸਿੰਘ ਸਾਹਿਬ ਜੀ ਵੀ ਬਾਬਾ ਜੀ ਦੀ ਨਿਮਰਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਸਿੰਘ ਸਾਹਿਬ ਜੀ ਦਾ ਬਾਬਾ ਜੀ ਦੇ ਨਾਲ ਪਹਿਲਾ ਮਿਲਾਪ ਸੀ, ਜਿਸ ਵਿੱਚ ਸਿੰਘ ਸਾਹਿਬ ਜੀ ਨੇ ਬਾਬਾ ਜੀ ਤੋਂ ਬੜੇ ਬਖਸ਼ਿਸ਼ ਭਰੇ ਵਚਨ ਸਰਵਣ ਕੀਤੇ। ਬੜੀ ਸ਼ਰਧਾ ਸਿੰਘ ਸਾਹਿਬ ਜੀ ਦੀ ਬਾਬਾ ਜੀ ਤੇ ਬਣ ਗਈ। ਪੰਡੋਰੀ ਕੁਟੀਆ ਵਿਖੇ ਇਸ ਤਰ੍ਹਾਂ ਬੜਾ ਸਤਸੰਗ ਸਜਦਾ ਸੀ। ਬਹੁਤ ਸੰਗਤ ਸੇਵਾ ਵਿੱਚ ਹਾਜ਼ਰੀ ਭਰ ਕੇ ਬਾਬਾ ਜੀ ਦੇ ਕੋਲੋਂ ਸ਼ਬਦ ਵਿਚਾਰਾਂ ਸਰਵਣ ਕਰਦੀ ਸੀ। ਪੰਡੋਰੀ ਕੁਟੀਆ ਵਿਖੇ ਹੀ ਬਾਬਾ ਜੀ ਇੱਕ ਵਾਰ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਬਾਬਾ ਜੀ ਦਾ ਗੁਰਬਾਣੀ ਨਾਲ ਅਥਾਹ ਪਿਆਰ ਸੀ। ਕਬੀਰ ਸਾਹਿਬ ਜੀ ਦੇ ਸ਼ਲੋਕ ਪੜ੍ਹਨੇ ਸ਼ੁਰੂ ਕਰਨੇ ਤੇ ਅੱਧਾ ਘੰਟਾ ਕਬੀਰ ਸਾਹਿਬ ਜੀ ਦੇ ਸ਼ਲੋਕ ਹੀ ਪੜ੍ਹੀ ਜਾਣੇ। ਜੇ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਪੜ੍ਹਨੇ ਸ਼ੁਰੂ ਕਰਨੇ ਤੇ ਕਿੰਨਾ ਚਿਰ ਬਾਬਾ ਫਰੀਦ ਜੀ ਦੇ ਹੀ ਸ਼ਲੋਕ ਪੜ੍ਹੀ ਜਾਣੇ। ਬਾਬਾ ਜੀ ਨੇ ਸ਼ਲੋਕ ਪੜ੍ਹਿਆ, कबीर साधु को मिलने जाइए, साथ न लीजे कोई, पाछे पाँव न दीजिए, आगे होए सो होए। ये श्लोक श्रवण करा के बचन किया कि भाई साधु के दर्शनां नूं जाइए, सत संग विच जाइए ते किसे नूं नाल ना लईए। नहीं, नाल ते जाना है, संगत दे नाल जाना है। संगत दी बड़ी महिमा है, फिर नाल की नहीं लैके जाना। नहीं लैके जाना ते मन दा फुरना नाल नहीं लैके जाना। इनू नहीं साथ खड़ना, बस ये फुरने नूं घरे छड़ जाना। सत संगत विच नहीं लैके जाना। यही सिक्खी दा तापे इन्हां फुरनियां दा ही खिहड़ा छडाउणा है। ये बचन की साझ करके बाबा जी ने नाल ही दूजा श्लोक श्रवण करा दिता। कबीर हमरा को नहीं, हम किसहू के नाहे, जिन एहो रचन रचाया, तिसई माए समाहे। बचन कीता के पुत्र की नहीं सी कबीर साहब का, माँ बाप सी, बच्चे सी, घर सी, सारा कुछ सी कबीर साहब का। पर कबीर साहब ते कहते कबीर हमरा को नहीं, हम किस हूँ के ना है। मेरा ते कोई है ही नहीं, ना मेरा ते कोई नहीं, ना मेरा कोई ते ना मैं किसी का मतैत। पुत फिर की नहीं सी कबीर साहब का, फुरना नहीं सी कोई कबीर साहब का। कबीर साहब यही बचन करते हैं कि मेरा हुण कोई फुरना नहीं रहा ते ना ही मैं हुण इन्हां फुरनियां दे मतैत हाँ। फुरनियां दा संसार है, पर असी इस संसार दे ही नहीं रहे। फुरनियां तो खिहड़ा छुड़ा के असी हुण उसे च समा गए हाँ जिन्हें ये सारा संसार रचिया है। जिन एहो रचन रचाया, तिसई माए समाहे। बाबा जी इस तरह किन्ना समा संगत नाल अध्यात्मिक बचना की साझ करते रहे। बाबा जी के अदुੱਤੀ कमाए हुए बचन सुन के संगत भी निहाल हो जाती सी। वाहिगुरु जी का खालसा, वाहिगुरु जी की फतेह।